ਸਵਾਗਤ ਹੈ ਜੀ। ਅੱਜ ਅਸੀਂ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ। ਇਹ ਵਿਸ਼ਾ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ ਜੀ ਦੀ ਕਿਤਾਬ ਭਾਰਤੀ ਸੰਸਕ੍ਰਿਤੀ ਮੇਂ ਨਾਰੀ ਕਾ ਉੱਚ ਸਥਾਨ ਤੋਂ ਪ੍ਰੇਰਿਤ ਹੈ। ਆਖਿਰ ਭਾਰਤੀ ਸੱਭਿਆਚਾਰ ਵਿੱਚ ਔਰਤਾਂ ਨੂੰ ਇੰਨਾ ਉੱਚਾ ਦਰਜਾ ਕਿਉਂ ਦਿੱਤਾ ਗਿਆ ਹੈ? ਆਓ ਇਸ ਡੂੰਘੇ ਸਵਾਲ ਦਾ ਜਵਾਬ ਲੱਭਦੇ ਹਾਂ। ਤਾਂ ਸਾਡੀ ਅੱਜ ਦੀ ਸਾਰੀ ਗੱਲਬਾਤ ਦਾ ਆਧਾਰ ਇਹੀ ਮਹਾਨ ਰਚਨਾ ਹੈ, ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ ਜੀ। ਇੱਕ ਬਹੁਤ ਹੀ ਸਤਿਕਾਰਿਤ ਨਾਮ। ਚਲੋ ਫਿਰ ਉਹਨਾਂ ਦੇ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਉਹਨਾਂ ਦੀਆਂ ਸਿੱਖਿਆਵਾਂ ਵਿੱਚ ਕਿੰਨੀ ਗਹਿਰਾਈ ਛੁਪੀ ਹੋਈ ਹੈ। ਕਿਤਾਬ ਦੀ ਸ਼ੁਰੂਆਤ ਹੀ ਇਸ ਜ਼ਬਰਦਸਤ ਵਿਚਾਰ ਨਾਲ ਹੁੰਦੀ ਹੈ। ਇਹ ਸਿਰਫ ਕੋਈ ਗੱਲ ਨਹੀਂ, ਬਲਕਿ ਸਦੀਆਂ ਪੁਰਾਣੀ ਭਾਰਤੀ ਸੋਚ ਦਾ ਨਿਚੋੜ ਹੈ। ਸੋਚਣ ਵਾਲੀ ਗੱਲ ਹੈ। ਔਰਤ ਦਾ ਸਥਾਨ ਸਿਰਫ ਬਰਾਬਰ ਨਹੀਂ, ਸਗੋਂ ਉੱਚਾ ਕਿਉਂ? ਦਰਸ਼ਨ ਕਹਿੰਦਾ ਹੈ ਕਿ ਇਹ ਸਹੀ ਵੀ ਹੈ ਅਤੇ ਕੁਦਰਤੀ ਵੀ। ਆਓ ਇਸ ਦੇ ਪਿੱਛੇ ਦੇ ਕਾਰਨਾਂ ਨੂੰ ਜਾਣੀਏ। ਤਾਂ ਫਿਰ ਸਵਾਲ ਉੱਠਦਾ ਹੈ ਕਿ ਇਸ ਉੱਚੇ ਦਰਜੇ ਦੀ ਜੜ ਕਿੱਥੇ ਹੈ? ਇਸ ਦਾ ਜਵਾਬ ਮਿਲਦਾ ਹੈ ਅਧਿਆਤਮਿਕਤਾ ਵਿੱਚ, ਜਿਸ ਨੂੰ ਦੈਵੀ ਨਾਰੀ ਸਿਧਾਂਤ ਕਿਹਾ ਜਾਂਦਾ ਹੈ। ਚਲੋ ਇਸ ਸਿਧਾਂਤ ਨੂੰ ਥੋੜਾ ਹੋਰ ਗਹਿਰਾਈ ਨਾਲ ਸਮਝਦੇ ਹਾਂ। ਇਸ ਸਿਧਾਂਤ ਦੇ ਕੇਂਦਰ ਵਿੱਚ ਹੈ ਮਾਤ੍ਰ ਸ਼ਕਤੀ ਦਾ ਸੰਕਲਪ। ਇੱਕ ਪਲ ਲਈ ਸੋਚ ਕੇ ਦੇਖੋ, ਇੱਕ ਇਨਸਾਨ ਤੇ ਸਭ ਤੋਂ ਪਹਿਲਾ ਕਰਜ਼ਾ ਕਿਸ ਦਾ ਹੁੰਦਾ ਹੈ? ਆਪਣੀ ਮਾਂ ਦਾ। ਉਹ ਸਿਰਫ ਜਨਮ ਨਹੀਂ ਦਿੰਦੀ, ਉਹ ਆਪਣੇ ਖੂਨ ਨਾਲ ਇੱਕ ਨਵੇਂ ਜੀਵਨ ਦੀ ਸਿੰਚਾਈ ਕਰਦੀ ਹੈ। ਇਸੇ ਲਈ ਉਸ ਨੂੰ ਸਭ ਤੋਂ ਪਹਿਲਾਂ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ। ਇਹ ਦੇਖੋ, ਇਸ ਨੂੰ ਕਿੰਨੇ ਸੋਹਣੇ ਢੰਗ ਨਾਲ ਸਮਝਾਇਆ ਗਿਆ ਹੈ। ਜਿਵੇਂ ਸ੍ਰਿਸ਼ਟੀ ਦੇ ਸਿਰਜਣਹਾਰ ਬ੍ਰਹਮਾ ਹਨ, ਠੀਕ ਉਸੇ ਤਰ੍ਹਾਂ ਜੀਵਨ ਦੀ ਸਿਰਜਣਹਾਰ ਮਾਂ ਹੈ। ਇਸੇ ਲਈ ਉਹ ਪਹਿਲੇ ਸਥਾਨ ਤੇ ਹੈ। ਉਸ ਤੋਂ ਬਾਅਦ ਆਉਂਦਾ ਹੈ ਪਾਲਣ ਪੋਸ਼ਣ ਕਰਨ ਵਾਲੇ ਪਿਤਾ ਦਾ ਸਥਾਨ, ਯਾਨੀ ਵਿਸ਼ਨੂੰ, ਅਤੇ ਫਿਰ ਮਾਰਗਦਰਸ਼ਨ ਕਰਨ ਵਾਲੇ ਗੁਰੂ, ਯਾਨੀ ਮਹੇਸ਼ ਦਾ। ਸਭ ਤੋਂ ਪਹਿਲਾਂ ਹਮੇਸ਼ਾ ਸਿਰਜਣਾ ਹੀ ਆਉਂਦੀ ਹੈ। ਇਹ ਵਿਚਾਰ ਸਾਨੂੰ ਇਸ ਮਸ਼ਹੂਰ ਸੰਸਕ੍ਰਿਤ ਵਾਕ ਵਿੱਚ ਵੀ ਮਿਲਦਾ ਹੈ, ਮਾਤਰ ਦੇਵੋ ਭਵਾ, ਪਿਤਰ ਦੇਵੋ ਭਵਾ, ਆਚਾਰਿਆ ਦੇਵੋ ਭਵਾ। ਧਿਆਨ ਦਿੱਤਾ? ਇੱਥੇ ਵੀ ਕ੍ਰਮ ਵਿੱਚ ਸਭ ਤੋਂ ਪਹਿਲਾਂ ਮਾਂ ਦਾ ਹੀ ਜ਼ਿਕਰ ਹੈ। ਇਹ ਸਿਰਫ ਇੱਕ ਕ੍ਰਮ ਨਹੀਂ, ਬਲਕਿ ਸਤਕਾਰ ਵਿੱਚ ਪਹਿਲ ਨੂੰ ਦਰਸਾਉਂਦਾ ਹੈ। ਅਤੇ ਇਹ ਸਿਧਾਂਤ ਸਿਰਫ ਜੀਵਨ ਦੇਣ ਤੱਕ ਹੀ ਨਹੀਂ ਰੁਕਦਾ, ਇਹ ਗਿਆਨ ਅਤੇ ਵਿਗਿਆਨ ਤੱਕ ਵੀ ਜਾਂਦਾ ਹੈ। ਅਧਿਆਤਮਿਕ ਗਿਆਨ ਨੂੰ ਗਾਇਤਰੀ ਦੇ ਰੂਪ ਵਿੱਚ ਅਤੇ ਭੌਤਿਕ ਵਿਗਿਆਨ ਨੂੰ ਸਾਵਿਤਰੀ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਅਤੇ ਦੋਵੇਂ ਹੀ ਨਾਰੀ ਸ਼ਕਤੀਆਂ ਹਨ, ਮਤਲਬ ਬ੍ਰਹਿਮੰਡ ਨੂੰ ਬਣਾਉਣ ਅਤੇ ਚਲਾਉਣ ਵਾਲੀਆਂ ਦੋਵੇਂ ਮੁੱਖ ਤਾਕਤਾਂ ਦਾ ਸਰੋਤ ਨਾਰੀ ਨੂੰ ਹੀ ਮੰਨਿਆ ਗਿਆ ਹੈ। ਚਲੋ, ਇਹ ਤਾਂ ਹੋ ਗਈ ਦਰਸ਼ਨ ਦੀ ਗੱਲ, ਪਰ ਕੀ ਇਹ ਸਭ ਸਿਰਫ ਕਿਤਾਬਾਂ ਵਿੱਚ ਹੀ ਸੀ? ਬਿਲਕੁਲ ਨਹੀਂ। ਆਓ ਹੁਣ ਕੁਝ ਅਜਿਹੀਆਂ ਔਰਤਾਂ ਦੀਆਂ ਕਹਾਣੀਆਂ ਤੇ ਨਜ਼ਰ ਮਾਰੀਏ, ਜਿਨ੍ਹਾਂ ਨੇ ਇਤਿਹਾਸ ਅਤੇ ਮਿਥਿਹਾਸ ਤੇ ਆਪਣੀ ਛਾਪ ਛੱਡੀ। ਜ਼ਰਾ ਵੈਦਿਕ ਕਾਲ ਦੀ ਕਲਪਨਾ ਕਰੋ। ਉਸ ਸਮੇਂ ਔਰਤਾਂ ਸਿਰਫ ਚੁੱਪ ਕਰਕੇ ਸੁਣਨ ਵਾਲੀਆਂ ਨਹੀਂ ਸਨ, ਉਹ ਤਾਂ ਖੁਦ ਗਿਆਨ ਦੀਆਂ ਆਗੂ ਸਨ। ਗਾਰਗੀ ਅਤੇ ਮੈਤਰੇਅ ਵਰਗੀਆਂ ਰਿਸ਼ਿਕਾਵਾਂ ਨੇ ਨਾ ਸਿਰਫ ਵੇਦਾਂ ਦੇ ਮੰਤਰਾਂ ਦੀ ਰਚਨਾ ਕੀਤੀ, ਸਗੋਂ ਉਸ ਸਮੇਂ ਦੇ ਵੱਡੇ-ਵੱਡੇ ਗਿਆਨੀਆਂ ਨਾਲ ਬਹਿਸ ਵੀ ਕੀਤੀ। ਅਤੇ ਫਿਰ ਸਾਵਿਤਰੀ ਦੀ ਕਹਾਣੀ, ਇਹ ਤਾਂ ਨਾਰੀ ਸ਼ਕਤੀ, ਬੁੱਧੀ ਅਤੇ ਦ੍ਰਿੜਤਾ ਦੀ ਇੱਕ ਅਦਭੁਤ ਮਿਸਾਲ ਹੈ। ਉਸਨੇ ਸਿਰਫ ਰੋ ਕੇ ਜਾਂ ਤਰਲੇ ਪਾ ਕੇ ਨਹੀਂ, ਸਗੋਂ ਯਮਰਾਜ ਨਾਲ ਅਜਿਹੀ ਤਰਕ ਭਰੀ ਦਾਰਸ਼ਨਿਕ ਬਹਿਸ ਕੀਤੀ ਕਿ ਮੌਤ ਦੇ ਦੇਵਤਾ ਨੂੰ ਵੀ ਝੁਕਣਾ ਪਿਆ ਅਤੇ ਉਸਦੇ ਪਤੀ ਦੇ ਪ੍ਰਾਣ ਵਾਪਿਸ ਕਰਨੇ ਪਏ। ਹੁਣ ਗੱਲ ਕਰਦੇ ਹਾਂ ਅਨਸੂਇਆ ਦੀ, ਜਿਸ ਦੀ ਕਹਾਣੀ ਇੱਕ ਔਰਤ ਦੇ ਚਰਿੱਤਰ ਦੀ ਤਾਕਤ ਨੂੰ ਦਰਸਾਉਂਦੀ ਹੈ। ਜਦੋਂ ਤ੍ਰਿਮੂਰਤੀ ਉਸਦੀ ਪਵਿੱਤਰਤਾ ਪਰਖਣ ਆਏ ਤਾਂ ਉਸਨੇ ਆਪਣੀ ਤਪੱਸਿਆ ਦੀ ਸ਼ਕਤੀ ਨਾਲ ਉਹਨਾਂ ਤਿੰਨਾਂ ਨੂੰ ਛੋਟੇ-ਛੋਟੇ ਬੱਚਿਆਂ ਵਿੱਚ ਬਦਲ ਦਿੱਤਾ। ਸੋਚੋ, ਕਿੰਨੀ ਅਥਾਹ ਸ਼ਕਤੀ ਹੋਵੇਗੀ ਉਸਦੇ ਸਦਾਚਾਰ ਵਿੱਚ। ਇਹ ਕਹਾਣੀ ਇੱਕ ਮਾਂ ਦੀ ਤਾਕਤ ਦੀ ਹੈ। ਜਦੋਂ ਉਸਦਾ ਪਤੀ ਨਾਲ ਨਹੀਂ ਸੀ, ਸ਼ਕੁੰਤਲਾ ਨੇ ਇਕੱਲਿਆਂ ਹੀ ਆਪਣੇ ਪੁੱਤਰ ਭਰਤ ਨੂੰ ਅਜਿਹੀ ਪਰਵਰਿਸ਼ ਦਿੱਤੀ ਕਿ ਉਹ ਸ਼ੇਰਾਂ ਨਾਲ ਖੇਡਣ ਵਾਲਾ ਇੱਕ ਮਹਾਨ ਯੋਧਾ ਬਣਿਆ। ਇੰਨਾ ਮਹਾਨ ਕਿ ਸਾਡੇ ਦੇਸ਼ ਦਾ ਨਾਮ ਭਾਰਤ ਵੀ ਉਸੇ ਦੇ ਨਾਮ ਤੇ ਪਿਆ। ਅਤੇ ਇਹ ਗੱਲਾਂ ਸਿਰਫ ਕਥਾਵਾਂ ਤੱਕ ਹੀ ਸੀਮਿਤ ਨਹੀਂ ਹਨ। ਸਾਡਾ ਇਤਿਹਾਸ ਰਾਣੀ ਲਕਸ਼ਮੀਬਾਈ, ਅਹਿਲਿਆਬਾਈ ਹੋਲਕਰ ਅਤੇ ਰਾਣੀ ਦੁਰਗਾਵਤੀ ਵਰਗੀਆਂ ਮਹਾਨ ਸ਼ਾਸਕਾਂ ਅਤੇ ਯੋਧਿਆਂ ਦੀਆਂ ਗਾਥਾਵਾਂ ਨਾਲ ਭਰਿਆ ਪਿਆ ਹੈ। ਇਹ ਸਭ ਸਾਬਿਤ ਕਰਦਾ ਹੈ ਕਿ ਔਰਤਾਂ ਹਰ ਖੇਤਰ ਵਿੱਚ ਅਗਵਾਈ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ। ਇਨ੍ਹਾਂ ਇਤਿਹਾਸਿਕ ਉਦਾਹਰਣਾਂ ਤੋਂ ਬਾਅਦ ਆਓ ਹੁਣ ਫਿਰ ਤੋਂ ਦਰਸ਼ਨ ਵੱਲ ਮੁੜਦੇ ਹਾਂ। ਆਓ ਸਮਝੀਏ ਕਿ ਮਰਦ ਅਤੇ ਔਰਤ ਦੇ ਰਿਸ਼ਤੇ ਨੂੰ ਇੱਕ ਸੰਪੂਰਨ ਇਕਾਈ ਦੇ ਦੋ ਜ਼ਰੂਰੀ ਹਿੱਸਿਆਂ ਵਜੋਂ ਕਿਵੇਂ ਦੇਖਿਆ ਜਾਂਦਾ ਹੈ। ਇਹ ਇੱਕ ਬਹੁਤ ਹੀ ਡੂੰਘਾ ਅਤੇ ਖੂਬਸੂਰਤ ਸੰਕਲਪ ਹੈ। ਮਰਦ ਨੂੰ ਕਰਮ ਯਾਨੀ ਕੰਮ ਕਰਨ ਦੀ ਸ਼ਕਤੀ ਦਾ ਪ੍ਰਤੀਕ ਮੰਨਿਆ ਗਿਆ ਹੈ ਅਤੇ ਔਰਤ ਨੂੰ ਭਾਵ ਯਾਨੀ ਉਸ ਕੰਮ ਦੇ ਪਿੱਛੇ ਦੀ ਪ੍ਰੇਰਣਾ ਦਾ। ਸੋਚੋ, ਕੋਈ ਵੀ ਮਹਾਨ ਕੰਮ ਸਿਰਫ ਸਰੀਰਕ ਤਾਕਤ ਨਾਲ ਨਹੀਂ ਹੁੰਦਾ। ਉਸ ਨੂੰ ਮਹਾਨ ਬਣਾਉਂਦੀ ਹੈ ਉਸ ਦੇ ਪਿੱਛੇ ਦੀ ਭਾਵਨਾ, ਅਤੇ ਉਹ ਭਾਵਨਾ, ਉਹ ਪ੍ਰੇਰਣਾ
ਨਾਰੀ ਸ਼ਕਤੀ ਤੋਂ ਆਉਂਦੀ ਹੈ ਅਤੇ ਇਸ ਏਕਤਾ ਦਾ ਸਭ ਤੋਂ ਸ਼ਕਤੀਸ਼ਾਲੀ ਪ੍ਰਤੀਕ ਹੈ ਅਰਧਨਾਰੀਸ਼ਵਰ ਦਾ ਸਰੂਪ। ਇਹ ਸਾਨੂੰ ਦੱਸਦਾ ਹੈ ਕਿ ਸ਼ਿਵ ਅਤੇ ਸ਼ਕਤੀ ਯਾਨੀ ਮਰਦ ਅਤੇ ਔਰਤ ਦੋ ਵੱਖਰੀਆਂ ਹਸਤੀਆਂ ਨਹੀਂ ਹਨ, ਬਲਕਿ ਇੱਕੋ ਹੀ ਹਕੀਕਤ ਦੇ ਦੋ ਅਨਿੱਖੜਵੇਂ ਅੰਗ ਹਨ। ਇੱਕ ਤੋਂ ਬਿਨਾਂ ਦੂਜਾ ਅਧੂਰਾ ਹੈ ਅਤੇ ਦੋਵੇਂ ਮਿਲ ਕੇ ਹੀ ਪੂਰਨ ਹੁੰਦੇ ਹਨ। ਕਿਤਾਬ ਵਿੱਚ ਇੱਕ ਬਹੁਤ ਹੀ ਸਧਾਰਨ ਪਰ ਡੂੰਘੀ ਮਿਸਾਲ ਦਿੱਤੀ ਗਈ ਹੈ। ਸਮਾਜ ਨੂੰ ਇੱਕ ਰਥ ਵਾਂਗ ਦੱਸਿਆ ਗਿਆ ਹੈ ਅਤੇ ਸਵਾਲ ਪੁੱਛਿਆ ਗਿਆ ਹੈ, ਜੇਕਰ ਰਥ ਦੇ ਦੋ ਪਹੀਏ ਬਰਾਬਰ ਅਤੇ ਮਜ਼ਬੂਤ ਨਾ ਹੋਣ ਤਾਂ ਕੀ ਉਹ ਰਥ ਅੱਗੇ ਵਧ ਸਕਦਾ ਹੈ? ਕਦੇ ਨਹੀਂ। ਇਸੇ ਤਰ੍ਹਾਂ ਜੇ ਸਮਾਜ ਵਿੱਚ ਮਰਦ ਅਤੇ ਔਰਤ ਨੂੰ ਬਰਾਬਰ ਮਹੱਤਵ ਨਹੀਂ ਮਿਲੇਗਾ ਤਾਂ ਉਹ ਸਮਾਜ ਤਰੱਕੀ ਕਿਵੇਂ ਕਰੇਗਾ? ਠੀਕ ਹੈ, ਇਹ ਸਾਰਾ ਗਿਆਨ ਬਹੁਤ ਪ੍ਰਾਚੀਨ ਹੈ, ਪਰ ਅਸਲ ਸਵਾਲ ਇਹ ਹੈ ਕਿ ਅੱਜ ਇਸ ਆਧੁਨਿਕ ਦੁਨੀਆ ਵਿੱਚ ਇਸ ਦੀ ਕੀ ਮਹੱਤਤਾ ਹੈ? ਸਾਨੂੰ ਇਸ ਤੋਂ ਕੀ ਸਿੱਖਣ ਦੀ ਲੋੜ ਹੈ? ਮਨੂ ਸਮ੍ਰਿਤੀ ਦਾ ਇਹ ਮਸ਼ਹੂਰ ਸ਼ਲੋਕ ਸਭ ਕੁਝ ਦੱਸ ਦਿੰਦਾ ਹੈ। ਇਸ ਦਾ ਸਿੱਧਾ-ਸਾਦਾ ਮਤਲਬ ਹੈ ਕਿ ਖੁਸ਼ਹਾਲੀ, ਸ਼ਾਂਤੀ ਅਤੇ ਚੰਗੇ ਗੁਣ ਸਿਰਫ ਉਸੇ ਥਾਂ ਤੇ ਵਸਦੇ ਹਨ ਜਿੱਥੇ ਔਰਤਾਂ ਨੂੰ ਇੱਜ਼ਤ, ਸਨਮਾਨ ਅਤੇ ਸਤਿਕਾਰ ਦਿੱਤਾ ਜਾਂਦਾ ਹੈ। ਕਿਤਾਬ ਵਿੱਚ ਇੱਕ ਬਹੁਤ ਸਖਤ ਚੇਤਾਵਨੀ ਵੀ ਦਿੱਤੀ ਗਈ ਹੈ। ਇਹ ਦੱਸਦੀ ਹੈ ਕਿ ਜਦੋਂ ਵੀ ਸਮਾਜ ਔਰਤਾਂ ਦੇ ਸਤਿਕਾਰ ਦੇ ਇਸ ਸਿਧਾਂਤ ਤੋਂ ਭਟਕਿਆ ਹੈ ਤਾਂ ਉਸ ਦੇ ਨਤੀਜੇ ਬਹੁਤ ਭਿਆਨਕ ਨਿਕਲੇ ਹਨ। ਅੱਜ ਜੋ ਅਸੀਂ ਸਮਾਜ ਵਿੱਚ ਇੰਨੀਆਂ ਸਮੱਸਿਆਵਾਂ ਅਤੇ ਸੰਕਟ ਦੇਖਦੇ ਹਾਂ, ਕਿਤੇ ਨਾ ਕਿਤੇ ਉਹ ਇਸੇ ਅਣਦੇਖੀ ਦਾ ਹੀ ਨਤੀਜਾ ਹਨ। ਅਤੇ ਜੇਕਰ ਕਿਸੇ ਨੂੰ ਅੱਜ ਦੇ ਜ਼ਮਾਨੇ ਵਿੱਚ ਸਬੂਤ ਚਾਹੀਦਾ ਹੈ ਤਾਂ ਜ਼ਰਾ ਅੰਕੜਿਆਂ ਤੇ ਨਜ਼ਰ ਮਾਰੋ। ਉਦਾਹਰਣ ਵਜੋਂ ਪ੍ਰੀਖਿਆਵਾਂ ਦੇ ਨਤੀਜੇ ਦੇਖ ਲਓ। ਜਦੋਂ ਵੀ ਔਰਤਾਂ ਨੂੰ ਬਰਾਬਰ ਦਾ ਮੌਕਾ ਮਿਲਦਾ ਹੈ, ਉਹ ਨਾ ਸਿਰਫ ਵਧੀਆ ਕਰਦੀਆਂ ਹਨ, ਸਗੋਂ ਅਕਸਰ ਮਰਦਾਂ ਨੂੰ ਵੀ ਪਿੱਛੇ ਛੱਡ ਦਿੰਦੀਆਂ ਹਨ। ਇਹ ਉਹਨਾਂ ਦੀ ਕੁਦਰਤੀ ਯੋਗਤਾ ਦਾ ਜਿਉਂਦਾ ਜਾਗਦਾ ਸਬੂਤ ਹੈ। ਇਸ ਲਈ ਇਸ ਕਿਤਾਬ ਦਾ ਜੋ ਕੇਂਦਰੀ ਸੰਦੇਸ਼ ਹੈ, ਉਹ ਅੱਜ ਦੇ ਸਮਾਜ ਲਈ ਇੱਕ ਸੱਦਾ ਹੈ। ਇਹ ਸਮਾਂ ਹੈ ਕਿ ਅਸੀਂ ਆਪਣੇ ਸੱਭਿਆਚਾਰ ਦੀਆਂ ਜੜ੍ਹਾਂ ਵੱਲ ਵਾਪਸ ਮੁੜੀਏ ਅਤੇ ਔਰਤਾਂ ਨੂੰ ਉਹ ਸਥਾਨ ਅਤੇ ਸਨਮਾਨ ਵਾਪਸ ਦਈਏ ਜਿਸ ਦੀਆਂ ਉਹ ਕੁਦਰਤੀ ਤੌਰ ਤੇ ਹੱਕਦਾਰ ਹਨ। ਅਤੇ ਅੰਤ ਵਿੱਚ ਇਸ ਸਾਰੀ ਗੱਲਬਾਤ ਦਾ ਨਿਚੋੜ ਇੱਕ ਸਧਾਰਨ ਸੱਚਾਈ ਵਿੱਚ ਹੈ। ਕਿਸੇ ਵੀ ਸਮਾਜ ਦੀ ਤਰੱਕੀ ਦਾ ਅਸਲ ਪੈਮਾਨਾ ਇਹ ਹੈ ਕਿ ਉਹ ਆਪਣੀਆਂ ਔਰਤਾਂ ਨਾਲ ਕਿਉਂ ਜਿਹਾ ਸਲੂਕ ਕਰਦਾ ਹੈ। ਇੱਕ ਖੁਸ਼ਹਾਲ ਅਤੇ ਉੱਨਤ ਦੁਨੀਆ ਦੀ ਨੀਂਹ ਔਰਤਾਂ ਦੇ ਸਤਿਕਾਰ ਅਤੇ ਉਹਨਾਂ ਨੂੰ ਮਿਲੇ ਬਰਾਬਰ ਦੇ ਮੌਕਿਆਂ ਤੇ ਹੀ ਰੱਖੀ ਜਾ ਸਕਦੀ ਹੈ। ਇਹੀ ਉਹ ਸਦੀਵੀ ਸੱਚ ਹੈ ਜਿਸ ਨੂੰ ਸਾਨੂੰ ਸਾਰਿਆਂ ਨੂੰ ਮੁੜ ਅਪਣਾਉਣ ਦੀ ਲੋੜ ਹੈ।